ਸਤਨਾਮ ਸ਼੍ਰੀ ਵਾਹਿਗੁਰੂ ਜੀ। ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ। ਹਰ ਨਾਮ ਧਿਆਈ, ਹਰ ਉਚਰਾ, ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਰਾਤ, ਤਿਨ ਹਉ ਕੁਰਬੈਣੀ। ਹਉ ਵਾਰਿਆ ਆਪਣੇ ਸਤਿਗੁਰੂ ਕੋ, ਜਿਨ ਸਤਿਗੁਰ ਮੇਰਾ ਪਿਆਰਾ ਰਾਧਿਆ। ਤਿਨ ਜਨ ਦੇਖਾ ਨੈਣੀ। ਹਉ ਵਾਰੇ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੇ ਪਾਵੈ ਮੋਖ ਦੁਆਰ, ਮੰਨੇ ਪਰਵਾਰਿ ਸਾਧਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਪਜੀ ਸਾਹਿਬ ਦੀ ਚੱਲ ਰਹੀ ਜਿਹੜੀ ਲੜੀਵਾਰ ਕਥਾ ਹੈ, ਉਹਦੀ ਆਪਾਂ 15ਵੀਂ ਪੌੜੀ ਦੀ ਮੰਨੇ ਪਰਵਾਰੇ ਸਾਧਾਰ ਦੀ ਵਿਆਖਿਆ ਕਰ ਰਹੇ ਸਾਂ। ਵਿੱਚ ਭਾਈ ਮਨੀ ਸਿੰਘ ਹੋਣਾ ਦਾ ਸ਼ਹੀਦੀ ਦਿਹਾੜਾ ਆ ਗਿਆ। ਉਹ 'ਤੇ ਆਪਾਂ ਕੋਈ ਗੁਰਮਤਿ ਵਿਚਾਰ ਕੀਤੀ। ਉਸ ਤੋਂ ਬਾਅਦ 16 ਤਰੀਕ ਨੂੰ, ਜਿੱਦਣ ਸਾਉਣ ਮਹੀਨੇ ਦੀ ਸੰਗਰਾਂਦ ਸੀ, ਉਸ ਦਿਨ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਆ ਗਿਆ। ਉਹਨਾਂ ਉੱਤੇ ਆਪਾਂ ਗੁਰਮਤਿ ਵਿਚਾਰਾਂ ਕੀਤੀਆਂ ਕਿ ਕਿਸ ਤਰ੍ਹਾਂ ਜਦੋਂ ਭਾਈ ਮਨੀ ਸਿੰਘ ਸ਼ਹੀਦ ਹੋ ਜਾਂਦੇ ਨੇ ਅਤੇ ਭਾਈ ਤਾਰੂ ਸਿੰਘ ਬੜੇ ਉਦਾਸ ਹੋ ਜਾਂਦੇ ਨੇ, ਕਿਉਂਕਿ ਭਾਈ ਤਾਰੂ ਸਿੰਘ ਜੀ ਨੇ, ਸ਼ਹੀਦ ਭਾਈ ਤਾਰੂ ਸਿੰਘ ਜੀ ਨੇ ਭਾਈ ਮਨੀ ਸਿੰਘ ਦੇ ਕੋਲੋਂ ਅੰਮ੍ਰਿਤ ਛਕਿਆ ਸੀ ਅਤੇ ਬੜਾ ਪਿਆਰ ਦਿੱਤਾ ਭਾਈ ਸਾਹਿਬ ਭਾਈ ਮਨੀ ਸਿੰਘ ਹੋਣਾ ਨੇ ਭਾਈ ਤਾਰੂ ਸਿੰਘ ਨੂੰ। ਇੱਕ ਬੱਚਾ ਉਹਨਾਂ ਦੀ ਪੋਤੇ ਦੀ ਉਮਰ ਦੇ ਨੇ, ਬੜਾ ਪਿਆਰ ਦਿੱਤਾ ਹੈ। ਗੁਰੂ ਵਾਲਾ ਪਿਆਰ ਵੀ, ਮਾਂ ਪਿਓ ਵਾਲਾ, ਕਿਉਂਕਿ ਭਾਈ ਤਾਰੂ ਸਿੰਘ ਦੇ ਪਿਤਾ ਜੀ ਚੜ੍ਹਾਈ ਕਰ ਗਏ ਸਨ। ਪਿਤਾ ਵਾਲਾ ਵੀ ਪਿਆਰ ਬਖਸ਼ਿਆ, ਗੁਰੂ ਵਾਲਾ ਪਿਆਰ ਵੀ ਦਿੱਤਾ। ਅਤੇ ਕਦੀ ਭਾਈ ਮਨੀ ਸਿੰਘ ਹੋਣਾ ਦੇ ਕੋਲ ਬੈਠ ਕੇ ਭਾਈ ਤਾਰੂ ਸਿੰਘ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਕੀਰਤਨ ਵੀ ਕਰਦੇ ਰਹੇ ਆ। ਜਿੱਥੇ ਭਾਈ ਮਨੀ ਸਿੰਘ ਜੀ ਵੱਡੇ ਵਿਦਵਾਨ ਸਨ, ਉਹਨਾਂ ਦੀਆਂ ਲਿਖਤਾਂ ਵੀ ਹੈਗੀਆਂ, ਉਹ ਬੜੇ ਬੁਲਾਰੇ ਸਨ, ਬੜੇ ਗੁਣੀ ਗਿਆਨੀ, ਹਠੀ ਜਪੀ ਤਪੀ ਸਨ, ਕਿਉਂਕਿ ਉਹਨਾਂ ਨੇ 7ਵੇਂ 8ਵੇਂ 9ਵੇਂ 10ਵੇਂ ਪਾਤਸ਼ਾਹ ਦੀ ਸੰਗਤ ਕੀਤੀ ਹੋਈ ਹੈ, 4 ਗੁਰੂਆਂ ਦੀ ਸੰਗਤ ਕੀਤੀ ਹੋਈ ਹੈ। ਅਤੇ ਇੱਥੇ ਭਾਈ ਮਨੀ ਸਿੰਘ ਜਦੋਂ ਦਰਬਾਰ ਸਾਹਿਬ ਰਹਿੰਦੇ ਸੀ ਅਤੇ ਭਾਈ ਤਾਰੂ ਸਿੰਘ ਸਰੰਦਾ ਵਜਾਉਂਦੇ ਰਹੇ। ਇੱਥੇ ਕਦੀ ਕਦੀ ਆ ਕੇ ਘਰ ਤੋਂ ਆ ਜਾਣਾ, ਇੱਥੇ ਸੇਵਾ ਕਰਨੀ, ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਕੀਰਤਨ ਕਰਨਾ। ਭਾਈ ਤਾਰੂ ਸਿੰਘ ਹੋਣਾ ਨੇ ਬੜਾ ਪਿਆਰ ਬਖਸ਼ਿਆ ਭਾਈ ਮਨੀ ਸਿੰਘ ਹੋਣਾ ਨੇ। ਗੁਰਸਿੱਖਾਂ ਨਾਲ ਬੜਾ ਪਿਆਰ ਹੁੰਦਾ ਸੀ। ਜਦੋਂ ਦੇ ਧੜੇ ਪੈਦਾ ਹੋ ਗਏ, ਕਮੇਟੀਆਂ ਪੈਦਾ ਹੋ ਗਈਆਂ, ਇਹ ਸਾਡਾ ਪਿਆਰ ਵੰਡਿਆ ਗਿਆ। ਅਸੀਂ ਆਪਣੇ ਧੜੇ ਨੂੰ ਹੁਣ ਪਿਆਰ ਕਰਦੇ। ਜਿੰਨਾ ਚਿਰ ਝੰਡੇ ਝੁੱਲਦੇ ਸਨ, ਉਹਨਾਂ ਚਿਰ ਇਹ ਉਹਨਾਂ ਲੋਕਾਂ ਦੇ ਨਾਲ ਰਲ ਕੇ ਗੋਲਕਾਂ ਵੀ ਖਾਂਦੇ ਰਹੇ, ਇਹਨਾਂ ਕੋਲ ਸਰਦਾਰੀਆਂ ਵੀ ਭੋਗੀਆਂ। ਅਤੇ ਜਿੱਦਣ ਅੱਜ ਮੁੱਖ ਮੰਤਰੀ ਨਹੀਂ ਬਣ ਸਕਿਆ ਪ੍ਰਕਾਸ਼ ਸਿੰਘ, ਅਤੇ ਅੱਜ ਸਾਰੇ ਜਿਹੜੇ ਉਹਦੇ ਕੋਲ ਖਾਂਦੇ ਸਨ, ਸਰਦਾਰੀਆਂ ਲਈਆਂ, ਚੇਅਰਮੈਨੀਆਂ ਲਈਆਂ, ਸਰਪੰਚੀਆਂ ਲਈਆਂ ਪਿੰਡਾਂ ਦੀਆਂ,
ਉਹ ਆਪਣੇ ਆਪ ਨੂੰ ਅਕਾਲੀ ਅਖਾਉਣ ਵਾਲੇ ਪੰਥ ਦੇ ਪਹਿਰੇਦਾਰ ਅੱਜ ਸਾਰੇ ਉਸ ਦੇ ਉਲਟ ਬੋਲਦੇ ਨੇ ਅਤੇ ਆਪਣੇ ਨਵੇਂ ਧੜੇ ਪੈਦਾ ਕਰ ਲਏ। ਇਹਨਾਂ ਲੋਕਾਂ ਨੇ ਬਹੁਤ ਭਾਰੀ ਕੌਮ ਦਾ ਨੁਕਸਾਨ ਕਰ ਚੁੱਕੇ ਨੇ ਅਤੇ ਇਹ ਕੌਮ ਨੂੰ ਭੋਗਣਾ ਪੈਣਾ ਹੈ। ਸ਼ਹੀਦਾਂ ਦੇ ਨਾਂ 'ਤੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਇਹਨਾਂ ਨੇ ਪੈਸਾ ਇਕੱਠਾ ਕਰਕੇ। ਸ਼ਹੀਦਾਂ ਦੇ ਪਰਿਵਾਰ ਰੁਲ ਗਏ। ਇਹਨਾਂ ਆਪਣੀਆਂ ਜਾਇਦਾਦਾਂ ਬਣਾ ਲਈਆਂ ਦੇਸ਼ਾਂ ਵਿਦੇਸ਼ਾਂ ਵਿੱਚੋਂ। ਇਹਨਾਂ ਨੇ ਪੈਸੇ ਇਕੱਠੇ ਕੀਤੇ ਹੋਏ। ਕੋਈ ਗੋਲਕਾਂ ਖਾ ਗਿਆ, ਕੋਈ ਜ਼ਮੀਨਾਂ ਖਾ ਗਿਆ। ਖਾ ਪੀ ਕੇ ਅਤੇ ਹੁਣ ਡਕਾਰਾਂ ਹੋਰ ਪੈ ਕੇ ਅਤੇ ਮਾਰਨ ਲੱਗ ਪਏ ਨੇ। ਇੱਕ ਨਵਾਂ ਹੀ ਧੜਾ ਕਾਇਮ ਕਰ ਲਿਆ, ਦਿੱਲੀ ਸਟੇਟ ਅਕਾਲੀ ਦਲ। ਸਭ ਚੋਰ ਇਕੱਠੇ ਹੋ ਗਏ, ਗੋਲਕਾਂ ਖਾਣ ਵਾਲੇ। ਇਹ ਕਦੀ ਗੁਰੂ ਘਰ ਦੇ ਵਿੱਚ ਬੜਾ ਪਿਆਰ ਰਿਹਾ ਸੀ, ਧੜੇਬੰਦੀਆਂ ਨਹੀਂ ਸੀ ਹੁੰਦੀਆਂ, ਕੇਵਲ ਗੁਰੂ ਨਾਲ ਪਿਆਰ ਸੀ। ਅਤੇ ਭਾਈ ਮਨੀ ਸਿੰਘ ਉਹਨਾਂ ਨੇ ਬੜਾ ਪਿਆਰ ਬਖਸ਼ਿਆ ਭਾਈ ਤਾਰੂ ਸਿੰਘ ਜੀ ਹੋਰਾਂ ਨੂੰ। ਜਿੱਦਣ ਭਾਈ ਮਨੀ ਸਿੰਘ ਜੀ ਫਾਨੀ ਸੰਸਾਰ ਤੋਂ ਕੂਚ ਕਰ ਗਏ, ਸ਼ਹੀਦ ਹੋ ਗਏ, ਅਤੇ ਭਾਈ ਤਾਰੂ ਸਿੰਘ ਦੇ ਦਿਲ ਨੂੰ ਬੜੀ ਚੋਟ ਲੱਗੀ। ਅਤੇ ਉਸ ਤੋਂ ਬਾਅਦ ਵੱਡੀ ਸੱਟ ਵੱਜੀ ਕਿ ਜਦੋਂ ਭਾਈ ਮਨੀ ਸਿੰਘ ਇਹ ਫਾਨੀ ਸੰਸਾਰ ਤੋਂ ਕੂਚ ਕਰ ਗਏ ਅਤੇ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਦੇ ਅੰਦਰੋਂ ਪ੍ਰਕਾਸ਼ ਬੰਦ ਕਰਤਾ ਗੁਰੂ ਗ੍ਰੰਥ ਸਾਹਿਬ ਦਾ। ਅਤੇ ਜਿੱਥੇ ਬੈਠ ਕੇ ਭਾਈ ਤਾਰੂ ਸਿੰਘ ਹੁਣੀ ਕੀਰਤਨ ਕਰਦੇ ਹੁੰਦੇ ਸਨ, ਉੱਥੇ ਮੱਸਾ ਰੰਗੜ ਬਹਿ ਗਿਆ ਸ਼ਰਾਬ ਲੈ ਕੇ। ਜਿੱਥੇ ਤਿੰਨ ਤਾਲ 'ਤੇ ਇਹਨਾਂ ਦਿਨਾਂ ਦੇ ਵਿੱਚ ਮਲਾਰ ਰਾਗ ਵੱਜਦਾ ਸੀ, ਉੱਥੇ ਹੋਰ ਹੀ ਠੁਮਕੀਆਂ ਵੱਜਣ ਲੱਗ ਪਈਆਂ। ਜਿੱਥੇ ਬੈਠ ਕੇ ਭਾਈ ਤਾਰੂ ਸਿੰਘ ਜੀ ਆਪਣੀ ਸੁਰਤੀ ਬਿਰਤੀ ਨੂੰ ਉਕਾਗਰ ਕਰਦਿਆਂ ਹੋਇਆਂ ਪਰਮੇਸ਼ਰ ਨਾਲ ਲੀਨ ਹੁੰਦੇ ਸਨ, ਜਿਸ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ। ਉੱਥੇ ਅਜੇ ਨਾਚ ਨੱਚੇ ਜਾ ਰਹੇ ਨੇ। ਅਤੇ ਜਿੱਥੇ ਭਾਈ ਤਾਰੂ ਸਿੰਘ ਹੋਰਾਂ ਨੂੰ, ਭਾਈ ਤਾਰੂ ਸਿੰਘ ਜੀ ਨੂੰ ਭਾਈ ਮਨੀ ਸਿੰਘ ਸ਼ਹੀਦੀ ਦੀ ਬਹੁਤ ਸੱਟ ਲੱਗੀ ਹੈ, ਕਿਉਂਕਿ ਪਿਤਾ ਵਾਲਾ ਪਿਆਰ ਮਿਲਦਾ ਸੀ। ਇਹ ਭਾਈ ਤਾਰੂ ਸਿੰਘ ਜੀ ਇੱਥੇ ਆਣ ਕੇ ਸੇਵਾ ਕਰਦੇ ਹੁੰਦੇ ਸਨ। ਇਹਨਾਂ ਦੀ ਮਾਤਾ ਜੀ ਇਹਨਾਂ ਦੇ ਨਾਲ ਆ ਜਾਂਦੀ ਸੀ, ਧਰਮ ਕੌਰ। ਇਹਨਾਂ ਦੀ ਭੈਣ ਤਾਰੋ, ਜਿਹਦੇ ਨਾਂ ਤਾਰਾ ਕੌਰ ਲਿਖਿਆ ਹੈ। ਇਹ ਸਾਰਾ ਸਮੁੱਚਾ ਪਰਿਵਾਰ ਭਾਈ ਮਨੀ ਸਿੰਘ ਜੀ ਹੋਰਾਂ ਦੇ ਕੋਲ ਆਉਣ ਕੇ ਬੜੀ ਡਾਢੀ ਸੇਵਾ ਕਰਦੇ ਸੀ ਦਰਬਾਰ ਸਾਹਿਬ ਦੇ ਅੰਦਰ। ਅਤੇ ਨਾ ਭਾਈ ਮਨੀ ਸਿੰਘ ਜੀ ਰਹੇ, ਨਾ ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਿਹਾ। ਸੇਵਾ ਵੀ ਹੱਥੋਂ ਛੁੱਟ ਗਈ। ਜਿੱਦਾਂ ਗੁਰੂ ਰਾਮਦਾਸ ਸੋਢੀ ਪਾਤਸ਼ਾਹ ਦਾ ਤੁਸੀਂ ਮੰਗਲਾ ਚਰਨ ਵਿੱਚ ਸੁਣਿਆ ਹੀ ਸ਼ਬਦ ਕਿ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਨੈਣੀ। ਗੁਰੂ ਰਾਮਦਾਸ ਸੋਢੀ ਪਾਤਸ਼ਾਹ ਕਹਿੰਦੇ ਜਿਨ੍ਹਾਂ ਮੇਰੇ ਸਤਿਗੁਰੂ ਨੂੰ, ਜਿਹੜੇ ਮੇਰੇ ਸਤਿਗੁਰੂ ਨੂੰ ਜਪਦੇ ਨੇ, ਗੁਰੂ ਜਪਦੇ ਨੇ ਨਾ, ਮੇਰੀ ਇੱਛਾ ਉਹਨਾਂ ਦਾ ਮੈਂ ਦਰਸ਼ਨ ਕਰਾਂ। ਹਰ ਹਰ ਆਪਣੀ ਦਇਆ ਕਰ, ਤਰਸ ਕਰ ਮੇਰੇ 'ਤੇ ਪਰਮੇਸ਼ਰ। ਹਰ ਬੋਲੀ ਬੈਣੀ ਮੈਂ ਤੇਰੀ ਬਾਣੀ ਨੂੰ ਉਚਾਰਾਂ, ਤੇਰੀ ਸਿਫਤ ਸਲਾਹ ਕਰਾਂ। ਹਰ ਨਾਮ ਧਿਆਈ ਹਰ ਉਚਰਾਂ, ਹਰ ਲਾਹਾ ਲੈਣੀ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਹੋਂ ਕੁਰਬੈਣੀ। ਮੈਂ ਉਹਨਾਂ ਤੋਂ ਬਲਿਹਾਰ ਸਦਕੇ ਜਾਨਾ, ਜਿਹੜੇ ਦਿਨੇ ਰਾਤ ਉੱਠਦਿਆਂ ਬਹਿੰਦਿਆਂ ਗੁਰੂ ਜਪਦੇ ਨੇ, ਸੁੱਤਿਆਂ ਉੱਠਦੇ ਵੀ ਵਾਹੋ ਕਰੇਣ। ਅਤੇ ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾ ਨੈਣੀ। ਮੈਂ ਉਹਨਾਂ ਨੂੰ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ, ਕਿਉਂਕਿ ਜਿੰਨਾ ਚਿਰ ਗੁਰੂ ਸਿੱਧਾ ਨਹੀਂ ਅਰਾਧਿਆ ਜਾਂਦਾ, ਮੁਸ਼ਕਿਲ ਤਾਂ ਇਹੀ ਹੈ। ਗੁਰੂ ਨੂੰ ਅਰਾਧਨਾ ਅਤੇ ਉਸ ਵਿਅਕਤੀ ਨੂੰ ਮਿਲਣਾ ਪੈਣਾ ਜਿਹਨੇ ਗੁਰੂ ਨੂੰ ਅਰਾਧਿਆ ਹੋਇਆ।
ਜਿੰਨਾ ਚਿਰ ਉਸ ਨੂੰ ਨਹੀਂ ਨਾ ਅਸੀਂ ਮਿਲਦੇ। ਉਹ ਤਾਈਓ ਤਾਂ ਅਸੀਂ ਅਰਦਾਸ ਕਰਦੇ ਹਾਂ ਕਿ ਸਹੀ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤ ਆਵੇ। ਹੁਣ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਹੋਣਾ ਦੇ ਨਾਲ ਬੈਠ ਕੇ ਕਦੀ ਸਾਧੂ ਸੰਗ ਸਿਖਾਇਓ ਨਾਮ, ਭਾਈ ਮਨੀ ਸਿੰਘ ਜਪਾਉਂਦੇ ਹੁੰਦੇ ਸਨ ਭਾਈ ਤਾਰੂ ਸਿੰਘ ਹੋਰਾਂ ਨੂੰ। ਅਤੇ ਤਾਈਓ ਤਾਂ ਐਡੀ ਛੋਟੀ ਅਵਸਥਾ ਦੇ ਵਿੱਚ ਭਾਈ ਤਾਰੂ ਸਿੰਘ ਜੀ ਬ੍ਰਹਮ ਅਵਸਥਾ ਨੂੰ ਪ੍ਰਾਪਤ ਕਰ ਗਏ। ਜਿਸ ਤਰ੍ਹਾਂ ਭਗਤ ਕਬੀਰ ਸਾਹਿਬ ਨੇ ਕਿਹਾ ਕਿ ਸੰਤ ਜਪਾਵੇ ਨਾਮ, ਸੰਤ ਤੋਂ ਬਿਨਾਂ ਨਾਮ ਜਪਿਆ ਨਹੀਂ ਜਾ ਸਕਦਾ। ਇਹ ਤਾਂ ਟੱਕਰਾਂ ਹੀ ਨੇ ਲੋਕੀ ਮਾਰਨ ਦੇ ਨੇ। ਜਿੱਦਾਂ ਟੂੰਡਤ ਡੋਲੇ ਅੰਧ ਗਤ, ਲੋਕੀ ਰੱਬ ਨੂੰ ਖੋਜ ਰਹੇ ਨੇ। ਇਸ ਤਰ੍ਹਾਂ ਖੋਜ ਰਹੇ ਨੇ ਜਿਸ ਤਰ੍ਹਾਂ ਕੋਈ ਅੰਨਾ ਵਿਅਕਤੀ ਚੀਜ਼ ਲੱਭਦਾ ਫਿਰ ਧਰਤੀ ਦੇ ਉੱਤੋਂ। ਕਿੱਡੀ ਮੁਸ਼ਕਿਲ ਆ ਅੰਨੇ ਨੂੰ ਚੀਜ਼ ਲੱਭਣੀ। ਟੂੰਡਤ ਡੋਲੇ ਅੰਧ ਗਤ ਅਰ ਚੀਨਤ ਨਹੀਂ ਸੰਤ। ਸੰਗਤ ਤੋਂ ਬਿਨਾਂ, ਰੱਬ ਦੇ ਪਿਆਰਿਆਂ ਤੋਂ ਬਿਨਾਂ ਤੁਸੀਂ ਰੱਬ ਦਾ ਨਾਮ ਜਪਣਾ ਚਾਹੁੰਦੇ ਹੋ, ਭਗਤ ਰਵਿਦਾਸ ਜੀ ਕਹਿੰਦੇ ਜਪਿਆ ਨਹੀਂ ਜਾਣਾ। ਨਹੀਂ ਨਹੀਂ ਨਹੀਂ, ਇਹ ਨਹੀਂ ਜਪਿਆ ਜਾਂਦਾ। ਆਖਣੇ ਔਖਾ ਸਾਚਾ ਨਾਮ ਕਹਿ ਨਾਮਾ ਕਿਉਂ ਪਾਈਏ, ਕਿਸ ਤਰ੍ਹਾਂ ਪਾਓਗੇ। ਬਿਨ ਭਗਤੋਂ, ਭਗਤ ਤੋਂ ਬਿਨਾਂ ਭਗਵਾਨ ਮਿਲਦਾ ਹੈ ਨਾ। ਸੰਤ ਤੋਂ ਬਿਨਾਂ ਗਿਆਨ ਮਿਲਦਾ ਹੈ, ਗੁਰੂ ਤੋਂ ਬਿਨਾਂ ਗਿਆਨ ਮਿਲਦਾ ਨਹੀਂ। ਨਹੀਂ, ਸਾਹਿਬ ਕਹਿੰਦੇ ਨੇ ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸਤ ਬਿਨ ਸਾਖੀ, ਸੱਚ ਬਿਨ ਸਾਖੀ, ਬੋਲੋ ਨਾ ਬਾਕੀ। ਹਾਂਜੀ, ਗਿਆਨਹੀਨ ਅਗਿਆਨ ਪੂਜਾ, ਟੂੰਡਤ ਡੋਲੇ ਅੰਧਗਤ ਅਰ ਚੀਨਤ ਨਹੀਂ ਸਤ। ਗਿਆਨਹੀਨ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਗੁਰ ਬਿਨ ਗਿਆਨ, ਧਰਮ ਬਿਨ ਧਿਆਨ, ਸੱਚ ਬਿਨ ਸਾਖੀ, ਬੋਲੋ ਨਾ ਬਾਕੀ। ਕਹਿ ਨਾਮਾ ਕਿਉਂ ਪਾਈਏ, ਬਿਨ ਭਗਤੋਂ ਭਗਵੰਤ। ਆਪਣੇ ਅੱਜ ਮਨੁੱਖ ਬੜੀ ਸਾਧਨਾ ਸਾਧਦਾ ਹੈ, ਪਰ ਜੇ ਕਿਤੇ ਉਹ ਵਿਅਕਤੀ ਮਿਲ ਜੇ ਜਿਹਨੇ ਆਪਣੇ ਆਪ ਨੂੰ ਸਾਧਿਆ ਹੋਇਆ, ਅਤੇ ਫਿਰ ਆਪਣੇ ਆਪ ਨੂੰ ਸਾਧਨ ਵਿੱਚ ਬੜੀ ਸਹਾਇਤਾ ਮਿਲਦੀ ਹੈ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਹਾਂਜੀ, ਇਹ ਮਨ ਨੂੰ ਕੇਵਲ ਰੱਬ ਦੇ ਪਿਆਰੇ ਹੀ ਰੱਬ ਦੇ ਨਾਮ ਨਾਲ ਜੋੜ ਸਕਦੇ ਨੇ। ਇਹ ਬੰਦਾ ਆਪਣੇ ਆਪ ਨਹੀਂ ਜੋੜ ਸਕਦਾ। ਨਹੀਂ ਨਹੀਂ ਨਹੀਂ, ਇੱਕ ਭੁਲੇਖਾ ਹੈ। ਕਬੀਰ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਕਿ ਇਨ ਮੁੰਡੀਅਨ, ਮੁੰਡੀਅਨ ਸੰਤ ਰੱਬ ਦੇ ਪਿਆਰੇ। ਇਨ ਮੁੰਡੀਅਨ ਮੇਰਾ ਘਰ ਧੁੰਦਰਾਵਾ, ਘਰ ਧੁੰਦਰਾਵਾ ਢਾਹ ਦਿੱਤਾ ਮੇਰਾ ਮੁੰਡੀਆਂ ਨੇ ਮੇਰਾ ਘਰ। ਸੰਤਾਂ ਨੇ ਮੇਰਾ ਜਿਸ ਭੈੜੇ ਘਰ ਵਿੱਚ ਮੇਰੀ ਜਿੰਦ ਰਹਿੰਦੀ ਸੀ ਨਾ, ਮੰਨੇ ਪਰਿਵਾਰ ਸਾਧਾਰ। ਉਹ ਬੜੇ ਅਲੰਕਾਰ ਨੇ ਬਾਣੀ ਦੇ ਵਿੱਚ, ਬੜੇ ਪ੍ਰਮਾਣ ਨੇ ਕਿ ਕਬੀਰ ਸਾਹਿਬ ਨੇ ਕਿਹਾ ਮੇਰੀ ਬੌਰੀਆ ਕਾਓ ਧਨੀਆ ਨਾਓ। ਮੇਰੀ ਜਿਹੜੀ ਵਹੁਟੀ ਆ ਨਾ, ਜਿੰਦ ਵਹੁਟੀ, ਬਾਹਰਲੀ ਵਹੁਟੀ ਨਹੀਂ। ਸ਼ਾਇਦ ਬਾਹਰ ਤਾਂ ਕਬੀਰ ਦਾ ਵਿਆਹ ਹੋਇਆ ਹੀ ਨਹੀਂ ਸੀ। ਸ਼ਾਇਦ ਲੋਈ ਉਹਨਾਂ ਦੀ ਮਾਂ ਵਾਂ, ਘਰ ਵਾਲੀ ਨਹੀਂ ਹੈ। ਲੋਕ ਲੋਈ ਨੂੰ ਉਹਦੀ ਘਰ ਵਾਲੀ ਕਹੀ ਜਾਂਦੇ। ਕਬੀਰ ਸਾਹਿਬ ਕਹਿੰਦੇ ਬੜੇ, ਕਦੀ ਉਹਨਾਂ ਨੇ ਕਿਹਾ ਮੇਰੀ ਸੱਸ ਮਾੜੀ ਆ, ਕਦੀ ਕਬੀਰ ਸਾਹਿਬ ਕਹਿੰਦੇ ਮੇਰਾ ਸਹੁਰਾ ਮਾੜਾ ਵਾ। ਇਹਨਾਂ ਨੂੰ ਸਮਝਣਾ ਪੈਣਾ ਕਿਹੜੀਆਂ ਗੱਲਾਂ ਨੇ। ਇਹ ਕੋਈ ਗੁਰਬਾਣੀ, ਕੋਈ ਦੁਨਿਆਵੀ ਲੜਾਈ ਝਗੜਿਆਂ ਵਾਲੀਆਂ ਬਾਤਾਂ ਨਹੀਂ ਹੈ। ਕਬੀਰ ਸਾਹਿਬ ਕਹਿੰਦੇ ਮੇਰੀ ਬੌਰੀਆ ਕੋ, ਮੇਰੀ ਜਿਹੜੀ ਵਹੁਟੀ ਸੀ, ਮੇਰੀ ਘਰ ਵਾਲੀ ਸੀ, ਜਨੀ ਬਹੂ, ਜਿਹਨੂੰ ਬਹੂ ਕਹਿ ਲਓ, ਉਹਦਾ ਨਾਂ ਕੀ ਸੀ? ਲੋਕੀ ਕਹਿੰਦੇ ਲੋਈ ਸੀ। ਲੋਈ ਥੋੜ੍ਹਾ, ਲੋਈ ਤਾਂ ਉਹਨਾਂ ਦੀ ਮਾਈ ਦਾ ਨਾਂ ਸੀ। ਮੁਸ ਮੁਸ ਰੋਵੇ ਕਬੀਰ ਕੀ ਮਾਈ, ਉਹ ਤੇ ਮਾਂ ਸੀ ਲੋਈ, ਘਰ ਵਾਲੀ ਥੋੜ੍ਹੀ ਸੀ ਕਬੀਰ ਦੀ।
मेरी बौरिया को धनिया नाओ, ਉਹਦਾ ਨਾਂ ਸੀ ਧਨੀ ਕੁਮਾਰੀ। ਧਨ ਨਾਲ ਬੜਾ ਪਿਆਰ ਕਰਦੀ ਮੇਰੀ ਜਿੰਦ, ਧਨ ਨੂੰ ਬੜਾ ਸਾਂਭ ਸਾਂਭ ਕੇ ਰੱਖਦੀ ਹੈ। ਸਾਰੀ ਜ਼ਿੰਦਗੀ ਧਨ ਦੇ ਨਾਲ ਹੀ ਪਿਆਰ ਕਰਦੀ ਰਹੀ ਹੈ। ਬੱਚਿਆਂ ਨਾਲੋਂ ਵੀ ਪਿਆਰ ਫਿੱਕਾ ਪੈ ਜਾਂਦਾ, ਘਰ ਦੀ ਨਾਲੋਂ ਵੀ ਪਿਆਰ ਫਿੱਕਾ ਪੈ ਜਾਂਦਾ, ਮਾਇਆ ਨਾਲੋਂ ਨਹੀਂ ਫਿੱਕਾ ਪੈਂਦਾ। ਆਖਰੀ ਦਮ ਤੱਕ ਇਹ ਪਿਆਰ ਚੱਲਦਾ ਹੀ ਹੈ ਇਹਦਾ। ਇਸੇ ਨੂੰ ਕਹਿੰਦੇ ਨੇ ਪਰਿਵਾਰ ਦਾ ਸੁਧਾਰ ਕਰਨਾ। ਉਹ ਮੇਰੀ ਜਿਹੜੀ ਜਿੰਦ ਸੀ ਨਾ, ਉਹਦਾ ਨਾਂ ਸੀ ਧਨੀਆ ਨਾਉ। ਸ਼ੈਨ ਤੇ ਆਸਾ ਰਾਗ ਦੇ ਅੰਦਰ ਸ਼ਬਦ ਹੋਵੇ। ਪਰ ਹੋਇਆ ਕੀ, ਲੈ ਰਾਖਿਓ ਰਾਮ ਜਨੀਆਂ ਨਾਉ। ਜਦੋਂ ਇਹ ਧਨੀ, ਜਿਹਦਾ ਨਾਂ ਧਨੀਆ ਸੀ, ਧਨ ਨਾਲ ਪਿਆਰ ਕਰਨ ਵਾਲੀ ਮੇਰੀ ਜਿੰਦ ਸੀ, ਜਿੰਦ ਵਹੁਟੀ ਸੀ, ਅਤੇ ਜਦੋਂ ਇਹ ਰੱਬ ਦੇ ਪਿਆਰਿਆਂ ਦੇ ਵਿੱਚ ਬੈਠੀ, ਸੰਗਤ ਵਿੱਚ ਬੈਠੀ, ਅਤੇ ਉਹਨਾਂ ਨੇ ਇਹਦਾ ਨਾਂ ਬਦਲ ਦਿੱਤਾ ਹੈ। ਲੈ ਰਾਖਿਓ ਰਾਮ ਜਨੀਆਂ ਨਾਉ। ਇਹ ਹੁਣ ਸੰਗਤ ਵਿੱਚ ਬੈਠ ਕੇ ਸਾਧਾਂ ਦੀ ਸੇਵਾ ਕਰਨ ਲੱਗ ਪਈ ਆ। ਜਿੰਦ ਮੇਰਾ ਪਰਿਵਾਰ ਸੁਧਰ ਗਿਆ ਹੈ। ਪਹਿਲੋਂ ਵਿਗੜੀ ਸੀ ਮੇਰੀ ਜਿੰਦ, ਇਹ ਧਨ ਨਾਲ ਬੜਾ ਮੋਹ ਕਰਦੀ ਸੀ। ਜਿੱਦਾਂ ਕਬੀਰ ਸਾਹਿਬ ਨੇ ਕਿਹਾ ਕਿ ਸਾਸ ਕੀ ਦੁਖੀ, ਮੈਂ ਆਪਣੀ ਸੱਸ ਤੋਂ ਬੜੀ ਦੁਖੀ ਹਾਂ। ਹੁਣ ਕਬੀਰ ਤਾਂ ਇਸਤਰੀ ਥੋੜ੍ਹਾ ਵਾ, ਕਬੀਰ ਤਾਂ ਮਰਦ ਵਾ। ਉਹ ਕਹਿ ਰਿਹਾ ਸਾਸ ਕੀ ਦੁਖੀ, ਮੈਂ ਆਪਣੀ ਸੱਸ ਤੋਂ ਬੜੀ ਦੁਖੀ ਹਾਂ। ਭਾਵ ਕਿ ਮੇਰੀ ਮੱਤ ਬੌਰੀ, ਮੇਰੀ ਜਿਹੜੀ ਸੱਸ, ਮੱਤ ਰੂਪੀ ਸੱਸ ਵਾ ਨਾ, ਇਹ ਬੜੀ ਪਾਗਲ ਵਾ, ਬੌਰੀ ਆ। ਤਾਂ ਤੇ ਇਹ ਬੌਰੀ ਮੱਤ ਨੇ ਕੀਤਾ ਕੀ ਹੈ, ਮੇਰੀ ਮੱਤ ਬੌਰੀ ਮੈਂ ਰਾਮ ਵਿਸਾਰਿਓ। ਇਸ ਬੌਰੀ ਮੱਤ ਨੇ ਨਾਮ ਵਿਸਾਰ ਦਿੱਤਾ ਹੈ। ਤੇ ਇਹ ਸਾਸ ਕੀ ਦੁਖੀ, ਮੈਂ ਇਸ ਭੈੜੀ ਮੱਤ ਤੋਂ ਬਹੁਤ ਦੁਖੀ ਹਾਂ। ਸੱਸਰ ਕੀ ਪਿਆਰੀ, ਸੱਸਰ ਸੰਸਾਰ ਨਾਲ ਬੜਾ ਮੋਹ ਕਰਦੀ ਹੈ, ਪਰਿਵਾਰ ਨਾਲ ਬੜਾ ਮੋਹ ਕਰਦੀ ਹੈ ਮੇਰੀ ਜਿੰਦ। ਇਹ ਮਹਾਂਪੁਰਖਾਂ ਦਾ ਇੱਕ ਸਮਝਾਉਣ ਦਾ ਤਰੀਕਾ ਹੁੰਦਾ ਹੈ ਕਿ ਮੇਰਾ ਸੱਸ ਵੀ ਠੀਕ ਨਹੀਂ, ਮੇਰੀ ਸਹੁਰਾ ਵੀ ਠੀਕ ਨਹੀਂ ਸੀ। ਉੱਧਰ ਗੁਰੂ ਨਾਨਕ ਸਾਹਿਬ ਨੇ ਆਖਿਆ ਮੇਰੀ ਸੱਸ ਵੀ ਚੰਗੀ ਆ, ਮੇਰਾ ਸਹੁਰਾ ਵੀ ਚੰਗਾ ਵਾ, ਮੰਨੇ ਪਰਿਵਾਰ ਸੁਧਾਰ, ਮੇਰਾ ਸੁਧਰਿਆ ਹੋਇਆ ਪਰਿਵਾਰ ਵਾ, ਮੱਤ ਵੀ ਮੇਰੀ ਠੀਕ ਆ, ਮਨ ਵੀ ਠੀਕ ਆ, ਮੇਰੇ ਕਰਮ ਇੰਦਰੀਆਂ ਵੀ ਠੀਕ ਨੇ, ਮੇਰੇ ਗਿਆਨ ਇੰਦਰੇ ਵੀ ਠੀਕ ਨੇ, ਸੁਧਰੇ ਹੋਏ ਨੇ। ਇੱਥੇ ਕਬੀਰ ਸਾਹਿਬ ਕਹਿੰਦੇ ਮੇਰਾ ਪਰਿਵਾਰ ਵਿਗੜਿਆ ਹੋਇਆ ਪਰਿਵਾਰ ਵਾ। ਮੇਰੀ ਬੌਰੀਆ ਕੋ ਧਨੀਆ ਨਾਉ ਆ। ਇਹਨੂੰ ਧਨੀ ਕਹਿੰਦੇ ਨੇ। ਧਨ ਨਾਲ ਬੜਾ ਮੋਹ ਕਰਦੀ ਮੇਰੀ ਜਿੰਦ ਦਾ। ਅਤੇ ਜਦੋਂ ਇਹੀ ਜਿੰਦ, ਮੈਂ ਕਹਿ ਰਿਹਾ ਸੀ ਰੱਬ ਦੇ ਪਿਆਰਿਆਂ ਤੋਂ ਬਿਨਾਂ ਨਾ ਤਾਂ ਮੋਹ ਟੁੱਟਦਾ ਹੈ ਅਤੇ ਨਾ ਮਨ ਰੱਬ ਦੇ ਨਾਮ ਨਾਲ ਹੀ ਜੁੜਦਾ ਹੈ। ਇਹ ਦੋਵੇਂ ਕੰਮ ਨਹੀਂ ਹੁੰਦੇ। ਲੈ ਰਾਖਿਓ ਰਾਮ ਜਨੀਆਂ ਨਾਉ। ਇਨ ਮੁੰਡੀਆਂ ਸਾਧੂ ਮਹਾਤਮਾ ਰੱਬ ਦੇ ਪਿਆਰੇ, ਮੇਰਾ ਘਰ ਧੁੰਦਰਾ ਵਾ, ਮੇਰਾ ਘਰ ਹੀ ਉਜਾੜ ਦਿੱਤਾ। ਜਿੱਥੇ ਇਹ ਧਨੀਆ ਰਹਿੰਦੀ ਸੀ ਨਾ, ਜਿਸ ਘਰ ਦੇ ਵਿੱਚ, ਉਹ ਘਰ ਹੀ ਸਾਧਾਂ ਨੇ ਢਾਹ ਦਿੱਤਾ। ਅਤੇ ਜਦੋਂ ਘਰ ਢਾਹ ਦਿੱਤਾ ਜਾਵੇ ਤਾਂ ਘਰ ਦੀ ਥੋੜ੍ਹਾ ਮੁੜ ਕੇ ਉੱਥੇ ਰਹਿੰਦੀ, ਤਾਂ ਬੰਦੇ ਨੂੰ ਛੱਡ ਕੇ ਭੱਜ ਜਾਂਦੀ ਹੈ। ਜੇ ਕੋਠੀ ਹੋਊ ਤਾਂ ਬੈਠੀ ਰਹੂ, ਕੋਠੀ 'ਚੋਂ ਹਿੱਸਾ ਲਊ। ਅਤੇ ਜਦੋਂ ਕੋਠਾ ਹੀ ਕੋਈ ਨਹੀਂ ਗਾ, ਢਾਹਤਾ ਕੋਠਾ, ਇੱਕ ਕੱਚਾ ਕੋਠਾ, ਅਤੇ ਮੁੜ ਕੇ ਉਹ ਥੋੜ੍ਹਾ ਰਹਿੰਦੀ ਘਰ ਦੀ, ਭੱਜ ਜਾਂਦੀ। ਉਦੋਂ ਉਹ ਪੇਕੇ ਚਲ ਜਾਂਦੀ ਹੈ, ਕਿਸੇ ਹੋਰ ਨੂੰ ਖਸਮ ਕਰ ਲੈਂਦੀ ਹੈ। ਕਬੀਰ ਸਿੰਘ ਦੇ ਸਾਧੂ ਮਹਾਤਮਾ ਨੇ ਕੀ ਕੀਤਾ, ਕੋਠਾ ਹੀ ਢਾਹ ਦਿੱਤਾ ਜਿੱਥੇ ਇਹ ਧਨੀ ਰਹਿੰਦੀ ਸੀ, ਧਨ ਵਾਲੀ ਜਿੰਦ ਰਹਿੰਦੀ ਸੀ ਮੇਰੇ ਵੀ। ਇਹ ਮਹਾਂਪੁਰਖਾਂ ਦੇ ਆਪਣੇ ਅਲੰਕਾਰ ਹੁੰਦੇ ਨੇ। ਇਨ ਮੁੰਡੀਆਂ, ਇਹਨਾਂ ਸਾਧਾਂ ਨੇ ਮੇਰਾ ਘਰ ਧੁੰਦਰਾ ਵਾ, ਮੇਰਾ ਘਰ ਹੀ ਢਾਹ ਦਿੱਤਾ। ਕਿਉਂ ਢਾਹ ਦਿੱਤਾ? ਉਹਦੇ 'ਚ ਧਨੀਆ ਰਹਿੰਦੀ ਸੀ। ਤੇ ਬਿਟਵੈ ਰਾਮ,
ਉਹ ਜਿਹੜੀਆਂ ਧਨੀਆਂ ਸੀ ਉਹਦਾ ਇੱਕ ਪੁੱਤਰ ਵੀ ਸੀ। ਮਾਇਆ ਦਾ ਪੁੱਤਰ ਕੌਣ ਵਾ? ਮਨ। ਮਾਇਆ ਦਾ ਪੁੱਤਰ ਕੌਣ ਹੈ? ਮਨ। ਜਿੱਦਾਂ ਕਬੀਰ ਸਿੰਘ ਪਹਿਲੇ ਪੂਤ, ਪਹਿਲੋਂ ਪੁੱਤ ਜੰਮਦਾ ਫਿਰ ਮਾਂ ਜੰਮਦੀ ਹੈ। ਇੱਦਾਂ ਤਾਂ ਧਰਤੀ 'ਤੇ ਹੋਇਆ ਹੀ ਨਹੀਂ ਹੈ, ਪਰ ਕਬੀਰ ਸਾਹਿਬ ਕਹਿੰਦੇ ਇਸ ਤਰ੍ਹਾਂ ਹੋ ਗਿਆ। ਪਹਿਲੇ ਪੂਤ ਪਛੇਰੀ ਮਾਈ। ਪਹਿਲੋਂ ਇਹ ਮਨ ਰੂਪੀ ਪੁੱਤਰ ਜੰਮਦਾ ਅਤੇ ਇਹ ਮਨ ਵਿੱਚੋਂ ਮਾਂ ਜੰਮਦੀ ਹੈ, ਮਾਇਆ ਜੰਮਦੀ ਹੈ। ਜਦੋਂ ਸਾਧੂ ਮਹਾਤਮਾ ਨੇ ਇਹਨ ਮੁੰਡੀਆਂ ਨੇ ਘਰ ਧੁੰਦਰਾ ਵਾ ਮੇਰਾ ਘਰ ਹੀ ਢਾਹ ਦਿੱਤਾ, ਅਤੇ ਫਿਰ ਬਿਟਵੇ ਰਾਮ। ਉਹ ਧਨੀਆਂ ਦਾ ਇੱਕ ਪੁੱਤਰ ਸੀ ਮਨ। ਬਿਟਵੇ ਉਹਦਾ ਬੇਟਾ ਸੀ ਇੱਕ। ਬਿਟਵੇ ਲਿਖਿਆ ਭੈੜਾ। ਇੱਕ ਹੁੰਦਾ ਪੁੱਤ, ਇੱਕ ਹੁੰਦਾ ਕਪੁੱਤ, ਇੱਕ ਹੁੰਦਾ ਸਪੋਤਾ। ਕਪੁੱਤ, ਪੁੱਤ ਅਤੇ ਸਪੋਤਾ। ਕਪੁੱਤ ਮਾੜਾ, ਪੁੱਤ ਠੀਕ ਜਿਹਾ, ਅਤੇ ਸਪੂਤ ਸਰਵਣ ਵਰਗਾ। ਕਬੀਰ ਸਾਹਿਬ ਕਹਿੰਦੇ ਉਹਦਾ ਪੁੱਤ ਨਹੀਂ ਸੀ, ਬੇਟਾ ਨਹੀਂ ਸੀ, ਬਿਟਵਾ ਸੀ, ਭੈੜਾ। ਬਿਟਵੇ। ਉਸ ਬਿਟਵੇ ਨੂੰ, ਉਸ ਭੈੜੇ ਮਨ ਨੂੰ ਮੰਨੇ ਪਰਵਾਰ ਸਾਧਾਰ। ਬਿਟਵੇ ਰਾਮ ਬਟਊਆ ਲਾਵਾ। ਬਿਟਵੇ ਰਾਮ ਬਟਊਆ ਲਾਵਾ। ਉਸ ਬੇਟੇ ਨੂੰ ਸੰਤਾਂ ਨੇ ਕੀ ਕੀਤਾ? ਜਿਹੜਾ ਉਸ ਮਾਇਆ ਵਿੱਚੋਂ ਜੰਮਿਆ ਸੀ, ਧਨੀਆਂ 'ਚੋਂ ਜੰਮਿਆ ਸੀ, ਅਣਜਾਣ ਪੁੱਤਰ ਸੀ, ਬੇਸਮਝ ਸੀ। ਬਿਟਵੇ ਰਾਮ, ਉਸ ਬੇਟੇ ਨੂੰ ਰਮਊਆ ਲਾਇਆ, ਰਾਮ ਵਾਲੇ ਪਾਸੇ ਲਾ ਦਿੱਤਾ। ਪਰਿਵਾਰ ਸੁਧਰ ਗਿਆ। ਮੰਨੇ ਪਰਵਾਰ ਇਸ ਆਧਾਰ। ਬਿਟਵੇ ਰਾਮ ਬਟਊਆ ਲਾ। ਕਹਿਤ ਕਬੀਰ ਸੁਣੋ ਮੇਰੀ ਮਾਈ। ਐ ਮੇਰੀ ਮਾਂ ਸੁਣ, ਤੂੰ ਸਾਧੂ ਮਹਾਤਮਾ ਨੂੰ ਮਾੜਾ ਕਹਿੰਦੀ ਹੈ ਨਾ, ਬੁਰੇ ਬੋਲ ਬੋਲਦੀ ਹੈ। ਕਹਿਤ ਕਬੀਰ ਸੁਣੋ ਮੇਰੀ ਮਾਈ। ਘਰ ਵਾਲੀ ਨੂੰ ਮਾਂ ਥੋੜ੍ਹਾ ਆਖਿਆ ਜਾਂਦਾ ਹੈ। ਲੋਈ ਨੂੰ ਮਾਂ ਕਹਿ ਰਹੇ ਨੇ, ਇਹਦਾ ਮਤਲਬ ਦੀ ਮਾਂ ਵਾ। ਕਬੀਰ ਦੀ ਘਰ ਵਾਲੀ ਕੋਈ ਨਹੀਂ ਹੈ ਨਾ। ਇਨ ਮੁੰਡਿਆਂ ਨੇ ਮੇਰੀ ਜਾਤ ਗਵਾਈ। ਕਹਿਤ ਕਬੀਰ ਸੁਣੋ ਮੇਰੀ ਮਾਈ। ਇਨ ਮੁੰਡਿਆਂ ਨੇ ਮੇਰੀ ਜਾਤ ਗਵਾਈ। ਮੈਂ ਆਪਣੀ ਇੱਕ ਵੱਖਰੀ ਜਾਤ, ਆਪਣੀ ਵੱਖਰੀ ਹੋਂਦ ਮੰਨ ਕੇ ਬੈਠਾ ਸੀ। ਹਉਮੈ ਇਹ ਜਾਤ ਹੈ। ਹਉਮੈ ਨੂੰ ਜਾਤ ਗਿਆ ਹੈ। ਜਾਤ ਨੂੰ ਇੱਕ ਹਉਮੈ ਦਾ ਰੂਪ ਦਿੱਤਾ ਗਿਆ। ਹਉਮੈ ਇਹ ਜਾਤ ਹੈ। ਜਿਸ ਤਰ੍ਹਾਂ ਹਰ ਬੰਦੇ ਦੀ ਜਾਤ ਹੈ, ਇਸੇ ਤਰ੍ਹਾਂ ਹਰ ਬੰਦੇ ਦੇ ਅੰਦਰ ਹਉਮੈ ਰਹਿੰਦੀ ਆ। ਕਬੀਰ ਸਿੰਘ ਨੇ ਮੇਰੀ ਉਹ ਹਉਮੈ ਮਿਟਾ ਦਿੱਤੀ। ਇਨ ਮੁੰਡਿਆਂ ਨੇ ਮੇਰੀ ਜਾਤ ਗਵਾਈ। ਮੰਨੇ ਪਰਿਵਾਰ ਸਾਧਾਰ। ਸਾਰਾ ਪਰਿਵਾਰ ਸੁਧਰ ਜਾਂਦਾ ਹੈ। ਜਿੱਦਾਂ ਮੈਂ ਕਹਿ ਰਿਹਾ ਸੀ, ਭਾਈ ਮਨੀ ਸਿੰਘ ਦੇ ਕੋਲ ਭਾਈ ਤਾਰੂ ਸਿੰਘ ਜੀ ਬਹਿੰਦੇ ਨੇ, ਨਾਮ ਜਪਦੇ ਨੇ। ਅਤੇ ਜਿੱਦਣ ਦਰਬਾਰ ਸਾਹਿਬ, ਪਹਿਲਾਂ ਤਾਂ ਉਹਨਾਂ ਨੂੰ ਸੱਟ ਵੱਜੀ ਭਾਈ ਤਾਰੂ ਸਿੰਘ ਨੂੰ ਕਿ ਭਾਈ ਮਨੀ ਸਿੰਘ ਤੁਰ ਗਏ ਫਾਨੀ ਸੰਸਾਰ ਤੋਂ। ਅਤੇ ਭਾਈ ਤਾਰੂ ਸਿੰਘ ਦੀ ਜਵਾਨੀ ਹੈ ਜੀ। ਉਹਨਾਂ ਨੂੰ 34 ਦੇ ਵਿੱਚ ਅਤੇ ਇਹਨਾਂ ਨੂੰ 45 ਦੇ ਵਿੱਚ ਸ਼ਹੀਦ ਕੀਤਾ ਜਾਂਦਾ। 1745 ਦੇ ਵਿੱਚ। ਕਬੀਰ 13 ਸਾਲ ਬਾਅਦ ਆ। ਉਦੋਂ ਇਹ ਕਬੀਰ ਕਰੀਬ ਕੋਈ ਜਵਾਨੀ ਵਿੱਚ ਹੀ ਸਨ। 18-20 ਸਾਲ ਦੇ ਸਨ ਜਦੋਂ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਦਰਬਾਰ ਸਾਹਿਬ ਬੈਠ ਕੇ ਕੀਰਤਨ ਕਰਦੇ ਹੁੰਦੇ ਸਨ। ਸੇਵਾ ਦੀ ਬੜੀ ਰੁਚੀ ਸੀ। ਸੇਵਾ ਗਈ, ਸਿਮਰਨ ਗਿਆ, ਸਾਧੂਆਂ ਦਾ ਸੰਗ ਗਿਆ, ਦਰਬਾਰ ਸਾਹਿਬ ਦੇ ਦਰਸ਼ਨ ਗਏ, ਗੁਰੂ ਦੀਆਂ ਕਥਾ ਕਹਾਣੀਆਂ ਸੁਣਦੇ ਸੀ ਭਾਈ ਤਾਰੂ ਸਿੰਘ ਜੀ ਭਾਈ ਮਨੀ ਸਿੰਘ ਹੋਰਾਂ ਕੋਲੋਂ। ਉਹ ਸਭ ਕੁਝ ਖਤਮ ਹੋ ਗਿਆ ਅਤੇ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਗੁਰੂ ਰਾਮਦਾਸ ਕਹਿੰਦੇ ਜਿਹੜਾ ਮਾਂ ਵੀ ਹੋਵੇ, ਪਿਤਾ ਵੀ ਉਹੀ ਹੋਵੇ, ਸੱਜਣ ਵੀ ਉਹੀ ਹੋਵੇ, ਅਤੇ ਉਸ ਤੋਂ ਬਿਨਾਂ ਕਿਵੇਂ ਜੀਆ ਜਾ ਸਕਦਾ ਹੈ। ਬੜੀ ਗਹਿਰੀ ਸੱਟ ਲੱਗੀ ਭਾਈ ਤਾਰੂ ਸਿੰਘ ਜੀ। ਅਤੇ ਸ਼ਹੀਦੀ ਦੀ ਤਾਂ ਸੱਟ ਲੱਗੀ, ਪਰ ਜਦੋਂ ਮੱਸੇ ਰੰਗੜ ਨੇ ਕੋਈ ਕਰਮ ਕੀਤਾ ਦਰਬਾਰ ਸਾਹਿਬ ਦੇ ਅੰਦਰ,
ਉਦੋਂ ਬਹੁਤ ਵੱਡੀ ਸੱਟ ਫਿਰ ਲੱਗ ਗਈ ਭਾਈ ਮਨੀ ਸਿੰਘ ਜੀ ਹੋਰਾਂ। ਪਰ ਮਾਂ ਨੇ ਹੌਸਲਾ ਦਿੱਤਾ, ਕੋਈ ਗੱਲ ਨਹੀਂ ਹੈ। ਅਤੇ ਮਾਂ ਦੇ ਕਹਿਣ 'ਤੇ ਫਿਰ ਭਾਈ ਤਾਰੂ ਸਿੰਘ ਨੇ ਆਪਣੀ ਕਿਰਤ ਬਿਰਤੋਂ ਫਿਰ ਗੁਰਸਿੱਖਾਂ ਦੀ ਸੇਵਾ ਆਰੰਭ ਕਰ ਦਿੱਤੀ। ਲੰਮਾ ਚੌੜਾ ਇਤਿਹਾਸ ਉਹਨਾਂ ਦਾ। ਇਸ ਕਰਕੇ ਮੈਂ ਕਹਿ ਰਿਹਾ ਸੀ ਕਿ ਸਾਧ ਤੋਂ ਬਿਨਾਂ ਮਨ ਲੱਗਦਾ ਨਹੀਂ ਹੈ। ਇਹ ਜਿਹੜੇ ਭਾਈ ਤਾਰੂ ਸਿੰਘ ਜੀ ਵਰਗੇ, ਸਬੇਗ ਸਿੰਘ ਜੀ ਵਰਗੇ ਅਤੇ ਸੁਭਾਸ਼ ਸਿੰਘ ਵਰਗੇ, ਇਹ ਭਾਈ ਮਨੀ ਸਿੰਘ ਦੇ ਹੱਥੀਂ ਬੂਟੇ ਲੱਗੇ ਹੋਏ ਨੇ ਸਿੱਖੀ ਦੇ। ਨਹੀਂ ਕਮਲਾਏ, ਕੁਛ ਨਹੀਂ ਹੋਇਆ ਇਹਨਾਂ ਨੂੰ। ਇੰਨੇ ਜ਼ੁਲਮ ਹੀ ਹੋ ਗਏ। ਕਿਉਂ? ਮੰਨੇ ਪਰਵਾਰੇ ਸਾਧਾਰ। ਉਹਨਾਂ ਦਾ ਮਨ ਮੰਨ ਗਿਆ ਅਤੇ ਉਹਨਾਂ ਦਾ ਜਦੋਂ ਮਨ ਮੰਨ ਜੇ, ਅੱਖਾਂ ਆਪੇ ਮੰਨ ਜਾਂਦੀਆਂ ਨੇ। ਅਤੇ ਸਾਡੀ ਤਾਂ ਉਹ ਹਾਲਤ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਅੱਖਾਂ ਵੀ ਨਹੀਂ ਸਾਡੀਆਂ ਰੱਜਦੀਆਂ। ਖਾਦੀ ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ। ਜੀਭ ਸਵਾਦਾਂ ਨਾਲ ਨਹੀਂ ਰੱਜਦੀ। ਮਿਰਚਾਂ ਘੱਟ ਹੋਣ 'ਤੇ ਮਿਰਚਾਂ ਪਾਓ ਥੋੜ੍ਹੀਆਂ ਜਿਹੀਆਂ, ਮਿਰਚਾਂ ਖਾ ਕੇ ਫਿਰ ਮਿੱਠੇ ਵੱਲ ਭੱਜਦੇ ਆ। ਇਹ ਤਾਂ ਇਹਦੇ ਸਵਾਦ ਨੇ। ਹਾਂਜੀ, ਖਾਦੀ ਸਾਦੀ ਜੀਭ ਨਾ ਰੱਜੀਆ ਕਰ ਭੋਗ ਬਿਲਾਸੇ। ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਬਾਸੇ। ਹਾਂਜੀ, ਰੋਵਣ 'ਤੇ ਆਸੇ। ਨਾ ਕੰਨ ਰੱਜਦੇ ਨੇ, ਇਹ ਰੋਣਾ ਵੀ ਸੁਣਦੇ ਨੇ, ਇਹ ਹੱਸਣਾ ਵੀ ਸੁਣਦੇ ਨੇ, ਸੁਣਨਾ ਚਾਹੁੰਦੇ ਨੇ। ਹਾਂਜੀ, ਰੱਜ ਨਾ ਕੋਈ ਜੀਵਿਆ ਕੂੜੇ ਪ੍ਰਵਾਸੇ। ਅਤੇ ਜਿੱਦਣ ਅੰਦਰੋਂ ਮਨ ਮੰਨ ਜਾਂਦਾ, ਫਿਰ ਅੱਖਾਂ ਆਪੇ ਮੰਨ ਜਾਂਦੀਆਂ ਨੇ। ਇਹ ਬੰਦੇ ਦਾ ਪਰਿਵਾਰ ਵਾ। ਜਿਸ ਤਰ੍ਹਾਂ ਮਾਰਾਂਗੇ ਘਰ ਕੀ ਸੌਂਕਣ ਕੰਤ ਤਿਆਗੀ। ਇਹ ਖੋਟੀ ਮੱਤ ਸੌਂਕਣ ਵਾ। ਅਤੇ ਸੌਂਕਣ ਜਿਹੜੀ ਆ ਉਹ ਦੂਜੀ ਨੂੰ ਘਰ ਨਹੀਂ ਵਸਣ ਦਿੰਦੀ। ਕੁਮੱਤ ਜਿਹੜੀ ਆ ਉਹ ਸਮੱਤ ਨੂੰ ਨਹੀਂ ਵਸਣ ਦਿੰਦੀ, ਹਿਰਦੇ ਵਿੱਚ ਬਾਹਰ ਕੱਢ ਦਿੰਦੀ। ਕਿਉਂਕਿ ਇਹ ਕੁਮੱਤ ਬੜੇ ਲੰਮੇ ਸਮੇਂ ਤੋਂ ਕਾਬਜ਼ ਹੋਈ ਆ ਸਰੀਰ ਦੇ ਉੱਤੇ, ਅੱਖਾਂ ਦੇ ਉੱਤੇ। ਇਹ ਹੁਣ ਸੁਧਰ ਨਹੀਂ ਦਿੰਦੀ ਖਸਮ ਨੂੰ, ਮਨ ਨੂੰ। ਅਤੇ ਜਦੋਂ ਗੁਰੂ ਕਿਰਪਾ ਕਰਦਾ ਹੈ, ਸੱਚੇ ਪਾਤਸ਼ਾਹ ਰਹਿਮਤਾਂ ਕਰਦੇ ਨੇ, ਸਾਧੂਆਂ ਦਾ ਸੰਗ ਹੋ ਜਾਂਦਾ ਹੈ, ਉਦੋਂ ਫਿਰ ਇਹ ਮਨ ਲੱਗ ਜਾਂਦਾ। ਅਤੇ ਜਦੋਂ ਮਨ ਲੱਗ ਜਾਂਦਾ ਹੈ, ਗੁਰਸਭਾ ਏਵ ਨਾ ਪਾਈਏ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਜਦੋਂ ਇਹ ਆਪਣੇ ਅੰਦਰ ਟਿਕ ਜਾਂਦਾ ਹੈ, ਫਿਰ ਇਹਦਾ ਸਭ ਕੁਝ ਸੁਧਰ ਜਾਂਦਾ ਹੈ। ਇਹ ਸੀ ਜਿਹੜੀ ਅੱਜ ਦੀ ਜਪਜੀ ਸਾਹਿਬ ਦੀ ਕਥਾ ਚੱਲ ਰਹੀ ਹੈ, 15ਵੀਂ ਪੌੜੀ ਦੀ, ਕਿ ਮੰਨੇ ਪਰਵਾਰੇ ਮੰਨੇ ਪਾਵੇ ਮੋਖ ਦਵਾਰ।